प्यारे विद्यार्थियों गुड मॉर्निंग। ਅੱਜ ਅਸੀਂ ਨੈਸ਼ਨਲ ਇਨਕਮ ਦੇ ਸੈਕੰਡ ਚੈਪਟਰ ਇਨਕਮ ਮੈਥਡ ਬਾਰੇ ਜਾਣਕਾਰੀ ਜਿਹੜੀ ਆ ਹਾਸਲ ਕਰਨ ਜਾ ਰਹੇ ਹਾਂ। ਇਸ ਦੇ ਵਿੱਚ ਇਹ ਥਿਊਰੀ ਪਾਰਟ ਹੈ, ਇਸ ਨੂੰ ਜਰਾ ਧਿਆਨ ਦੇ ਨਾਲ ਸੁਣਨਾ ਹੈ ਔਰ ਪੜ੍ਹਨਾ ਹੈ। ਇਸ ਤੋਂ ਬਾਅਦ ਹੀ ਅਸੀਂ ਪ੍ਰੈਕਟੀਕਲ ਜਿਹੜੀਆਂ ਪ੍ਰੋਬਲਮ ਉਹ ਕਰਾਂਗੇ। तो ਨੈਸ਼ਨਲ ਇਨਕਮ ਜਿਹੜੀ ਹੈਗੀ ਇਨਕਮ ਮੈਥਡ ਦੇ ਨਾਲ ਕਿਸ ਤਰ੍ਹਾਂ ਕੈਲਕੂਲੇਟ ਕੀਤੀ ਜਾਂਦੀ ਹੈ, ਕਿਉਂਕਿ ਸਾਡਾ ਜਿਹੜਾ ਹਾਊਸਹੋਲਡ ਸੈਕਟਰ ਹੈ ਇਹ ਫੈਕਟਰ ਸਰਵਿਸਿਜ਼ ਪ੍ਰੋਵਾਈਡ ਕਰਦਾ ਪ੍ਰੋਡਿਊਸਰ ਸੈਕਟਰ ਨੂੰ, ਅਤੇ ਪ੍ਰੋਡਿਊਸਰ ਸੈਕਟਰ ਜਿਹੜਾ ਹੈਗਾ ਇਨ ਲਿਊ ਆਫ ਦੈਟ ਫੈਕਟਰ ਜਿਹੜੀ ਹੈ ਇਨਕਮ ਉਹ ਹਾਊਸਹੋਲਡ ਸੈਕਟਰ ਨੂੰ ਦਿੱਤੀ ਜਾਂਦੀ ਹੈਗੀ ਆ, ਜਿਹੜੀਆਂ ਕਿ ਉਹ ਫੈਕਟਰ ਸਰਵਿਸਿਜ਼ ਪ੍ਰੋਵਾਈਡ ਕਰਦਾ ਹੈਗਾ। तो इनकम मैथड ਦੇ ਵਿੱਚ ਨੈਸ਼ਨਲ ਇਨਕਮ ਇਜ਼ ਦੀ ਸਮ ਟੋਟਲ ਆਫ ਆਲ ਦੀ ਫੈਕਟਰੀ ਇਨਕਮ अर्नड ਬਾਈ ਦੀ ਨਾਰਮਲ ਰੈਜ਼ੀਡੈਂਟ ਆਫ ਏ ਕੰਟਰੀ ਵਿਦਨ ਦੀ ਸਟਿਪੂਲੇਟਡ ਬਾਉਂਡਰੀ ਆਫ ਏ ਕੰਟਰੀ ਇਨ ਐਨ ਅਕਾਊਂਟਿੰਗ ਈਅਰ। ਤੋ ਇਸ ਦੇ ਵਿੱਚ ਜਿਹੜਾ ਹੈ ਕੈਲਕੂਲੇਸ਼ਨ ਕਿਸ ਤਰ੍ਹਾਂ ਕੀਤੀ ਜਾਂਦੀ ਹੈਗੀ ਆ, ਕਿਉਂਕਿ ਜਿਹੜਾ ਨੈਸ਼ਨਲ ਇਨਕਮ ਨੂੰ ਕੈਲਕੂਲੇਟ ਕਰਨ ਦੇ ਲਈ ਸਾਡੇ ਕੋਲ ਇਨਕਮ ਮੈਥਡ ਦੇ ਚਾਰ ਜਿਹੜੇ ਮੇਨ ਕੰਪੋਨੈਂਟ ਆ। ਪਹਿਲਾ ਹੈ ਕੰਪਨਸੇਸ਼ਨ ਟੂ ਦੀ EMPLOYE, ਸੈਕੰਡ ਹੈ ਆਪਰੇਟਿੰਗ ਸਰਪਲਸ, ਤੀਜਾ ਹੈ ਮਿਕਸਡ ਇਨਕਮ, ਅਤੇ ਜੇ ਅਸੀਂ ਨੈਸ਼ਨਲ ਇਨਕਮ ਟੋਟਲ ਕਰਨੀ ਹੈ GDP ਨਹੀਂ ਕਰਨੀ ਤਾਂ ਫਿਰ ਨੈਟ ਇਨਕਮ ਫਰਮ ਅਬਰੋਡ। ਤਾਂ ਪਹਿਲਾ ਜਿਹੜਾ ਹੈ ਪਾਰਟ ਕੰਪਨਸੇਸ਼ਨ ਟੂ ਦੀ EMPLOYE, ਇਸ ਦੇ ਵਿੱਚ ਕੀ ਆਉਂਦਾ ਹੈ। ਇਸ ਦੇ ਵੀ ਤਿੰਨ ਕੰਪੋਨੈਂਟ ਹਨ, ਵੇਜਿਸ ਐਂਡ ਸੈਲਰੀ ਇਨ ਕੈਸ਼। ਤਾਂ ਜਿਹੜਾ ਅੰਪਲਾਇਰ ਹੈ ਆਪਣੇ EMPLOYE ਨੂੰ ਵੇਜਿਸ ਅਤੇ ਸੈਲਰੀ ਦੇ ਰੂਪ ਦੇ ਵਿੱਚ ਕੈਸ਼ ਰੂਪ ਦੇ ਵਿੱਚ ਜਿਹੜਾ ਹੈ ਕੰਪਨਸੇਸ਼ਨ ਦਿੰਦਾ ਹੈ। ਇਸ ਦੇ ਵਿੱਚ ਬੇਸਿਕ ਪੇ ਹੋ ਸਕਦੀ ਆ, ਡੀਅਰਨੈਸ ਅਲਾਊਂਸ ਹੋ ਸਕਦਾ ਹੈ, ਇਸੇ ਤਰ੍ਹਾਂ ਹਾਊਸ ਰੈਂਟ ਅਲਾਊਂਸ ਹੋ ਸਕਦਾ ਹੈ, ਮੋਬਾਈਲ ਅਲਾਊਂਸ ਹੋ ਸਕਦਾ, ਮੈਡੀਕਲ ਅਲਾਊਂਸ ਹੋ ਸਕਦਾ ਹੈ, ਬੋਨਸ ਹੋ ਸਕਦਾ, ਕਮਿਸ਼ਨ ਹੋ ਸਕਦਾ, ਹੋਰ ਬਹੁਤ ਸਾਰੇ ਜਿਹੜੇ ਹੈਗੇ ਆ ਪਾਰਟ ਇਸ ਦੇ ਹਨ। ਜਿਸ ਵੇਲੇ ਅਸੀਂ ਨਿਊਮੈਰੀਕਲ ਕਰਨੇ ਹਨ ਤੇ ਉਸ ਵੇਲੇ ਦੇਖਣਾ ਹੈ ਕਿ ਵੇਜਿਸ ਐਂਡ ਸੈਲਰੀ ਜੇ ਇਕੱਠਾ ਦਿੱਤਾ ਗਿਆ ਹੈ ਤੇ ਭੁਲੇਖਾ ਪਾਉਣ ਲਈ ਉਹਨਾਂ ਨੇ ਕਈ ਵਾਰੀ ਇਹ ਜਿਹੜੇ ਮੈਂ ਪਾਰਟ ਬੋਲੇ ਹਨ ਡੀਅਰਨੈਸ ਅਲਾਊਂਸ ਬਾਕੀ ਅਲਾਊਂਸ ਜਿਹੜੇ ਆ ਇਹ ਨਾਲ ਦਿੱਤੇ ਆ, ਤਾਂ ਫਿਰ ਅਸੀਂ ਸਿਰਫ ਤੇ ਸਿਰਫ ਸੈਲਰੀ ਵਾਲਾ ਪਾਰਟ ਜਿਹੜਾ ਹੈ ਵੇਜਿਸ ਐਂਡ ਸੈਲਰੀ ਇਕੱਠਾ ਜਿਹੜਾ ਆ ਉਸ ਨੂੰ ਕੈਲਕੂਲੇਸ਼ਨ ਦੇ ਵਿੱਚ ਲੈਣਾ। ਬਾਕੀ ਕਈ ਵਾਰੀ ਜਿਹੜੇ ਹੈਗੇ ਪਾਰਟ ਉਹ ਭੁਲੇਖਾ ਪਾਉਣ ਲਈ ਦਿੱਤੇ ਜਾਂਦੇ ਆ। ਤਾਂ ਸੈਕੰਡ ਹੈਗਾ ਆ ਵੇਜਿਸ ਐਂਡ ਸੈਲਰੀ ਇਨ ਕਾਈਂਡ। ਬਹੁਤੇ ਜਿਹੜੇ EMPLOYER ਹੈਗੇ ਆਪਣੇ EMPLOYE ਨੂੰ ਸੈਲਰੀ ਦੇ ਨਾਲ ਰੈਂਟ ਫਰੀ ਅਕੋਮੋਡੇਸ਼ਨ ਦਿੰਦੇ ਆ, ਜਾਂ ਫਿਰ ਕਾਰ ਜਾਂ ਹੋਰ ਇਸ ਤਰ੍ਹਾਂ ਦੀ ਫੈਸਿਲਿਟੀ ਜਿਹੜੀ ਆ ਪ੍ਰੋਵਾਈਡ ਕੀਤੀ ਜਾਂਦੀ ਆ। ਤਾਂ ਜੇ ਅਗਰ EMPLOYER ਜਿਹੜਾ ਹੈਗਾ ਆ ਬਾਹਰ ਜਾ ਕੇ ਉਹ ਕਮਰਾ ਲਵੇ ਜਾਂ ਕਾਰ ਰੈਂਟ 'ਤੇ ਲਵੇ ਤਾਂ ਉਹਦੇ ਲਈ ਉਸ ਨੂੰ ਪੇ ਕਰਨਾ ਪੈਂਦਾ। ਤਾਂ ਇਸ ਕਰਕੇ ਇਹ ਉਹਦੀ ਇੱਕ ਇਨਕਮ ਦਾ ਸਾਧਨ ਹੈਗਾ ਆ, ਜਿਹੜੀ ਕਿ ਆਪਾਂ ਜਿਸ ਵੇਲੇ ਨੈਸ਼ਨਲ ਇਨਕਮ ਕੈਲਕੂਲੇਟ ਕਰਨੀ ਉਸ ਦੇ ਵਿੱਚ ਐਡ ਕੀਤੀ ਜਾਂਦੀ ਹੈ। ਤੀਜੀ ਆ EMPLOYER's ਕੰਟਰੀਬਿਊਸ਼ਨ। ਇਹ ਇੰਪੋਰਟੈਂਟ ਹੈ ਕਿ EMPLOYER ਜਿਹੜਾ ਹੈਗਾ ਆਪਣੇ EMPLOYE ਦੇ ਥੋੜ੍ਹੇ ਜਿਹੇ ਪੈਸੇ, ਜਿਸ ਤਰ੍ਹਾਂ ਪੈਨਸ਼ਨ ਸਕੀਮ ਹੈ ਉਸ ਦੇ ਲਈ ਉਸ ਨੂੰ ਕੰਟਰੀਬਿਊਟ ਕਰਨੇ ਪੈਂਦੇ ਆ, ਅਤੇ ਇਸ ਦੇ ਵਿੱਚ ਜਿੰਨੇ EMPLOYE ਪੈਸੇ ਕੰਟਰੀਬਿਊਟ ਕਰਦਾ ਉਨੇ ਹੀ EMPLOYER ਜਿਹੜੇ ਹੈਗੇ ਆ ਉਹ ਕੰਟਰੀਬਿਊਟ ਕਰਕੇ ਤਾਂ ਉਸ ਦੇ ਭਵਿੱਖ ਨਿਧੀ ਖਾਤੇ ਦੇ ਵਿੱਚ ਜਮ੍ਹਾਂ ਕਰਾਏ ਜਾਂਦੇ ਆ। ਤਾਂ ਇਹ ਜਿਹੜਾ EMPLOYER ਵੱਲੋਂ ਕੰਟਰੀਬਿਊਸ਼ਨ ਜਿਹੜੀ ਹੈਗੀ ਆ ਕੀਤੀ ਜਾਂਦੀ, EMPLOYE ਵੱਲੋਂ ਨਹੀਂ EMPLOYER ਵੱਲੋਂ, ਉਸ ਨੂੰ ਅਸੀਂ ਨੈਸ਼ਨਲ ਇਨਕਮ ਦੇ ਵਿੱਚ ਜਿਸ ਲਈ ਕੈਲਕੂਲੇਟ ਕਰਨੀ ਆ ਉਸ ਨੂੰ ਵੀ ਐਡ ਕਰਨਾ ਹੈ। ਇਹ ਤਾਂ ਅਸੀਂ ਪਹਿਲਾ ਕੰਪਨਸੇਸ਼ਨ ਟੂ ਦੀ EMPLOYE। ਸੈਕੰਡ ਹੈ ਆਪਰੇਟਿੰਗ ਸਰਪਲਸ। ਆਪਰੇਟਿੰਗ ਸਰਪਲਸ ਦੇ ਚਾਰ ਪਾਰਟ ਹਨ, ਰੈਂਟ ਹੈ, ਰਾਇਲਟੀ ਹੈਗੀ ਆ, ਤੀਜਾ ਹੈ ਇਸ ਦੇ ਵਿੱਚ ਇੰਟਰਸਟ, ਅਤੇ ਚੌਥਾ ਪ੍ਰੋਫਿਟ। ਰੈਂਟ ਦੇ ਵਿੱਚ ਅਗਰ ਕੋਈ ਲੈਂਡਲੋਰਡ ਆਪਣੀ ਜਿਹੜੀ ਹੈਗੀ ਆ ਭੂਮੀ ਜਾਂ ਕੋਈ ਮਕਾਨ ਕਿਰਾਏ 'ਤੇ ਦਿੰਦਾ ਆ ਅਤੇ ਉਸ ਦਾ ਕਿੰਨਾ ਰੈਂਟ ਜਿਹੜਾ ਹੈਗਾ ਆਉਂਦਾ ਆ ਉਸ ਨੂੰ ਅਸੀਂ ਨੈਸ਼ਨਲ ਇਨਕਮ ਕਾਊਂਟਿੰਗ ਦੇ ਵਿੱਚ ਕੈਲਕੂਲੇਟ ਕਰਨਾ। ਪਲੱਸ ਜਿਸ ਮਕਾਨ ਦੇ ਵਿੱਚ EMPLOYE ਜਿਹੜਾ ਹੈ ਅਗਰ ਰੈਂਟ ਫਰੀ ਅਕੋਮੋਡੇਸ਼ਨ ਆ ਜਾਂ ਫਿਰ ਉਸ ਦਾ ਆਪਣਾ ਘਰ ਹੈ ਉਸ 'ਤੇ ਕਿੰਨਾ ਰੈਂਟ ਜਿਹੜਾ ਦਿੱਤਾ ਜਾਊਗਾ ਉਸ ਨੂੰ ਵੀ ਅਸੀਂ ਨੈਸ਼ਨਲ ਇਨਕਮ ਅਕਾਊਂਟਿੰਗ ਦੇ ਵਿੱਚ ਕੈਲਕੂਲੇਟ ਕਰਨਾ ਹੈਗਾ। ਸੈਕੰਡ ਹੈ ਰਾਇਲਟੀ। ਰਾਇਲਟੀ ਜਿਹੜੀ ਹੈਗੀ ਇਟ ਇਜ਼ ਦੀ ਇਨਕਮ ਰਿਸੀਵਡ ਫॉर ਗ੍ਰਾਂਟਿੰਗ ਲੀਜ਼ ਰਾਈਟ
ਲੀਜ਼ ਰਾਈਟ ਜਿਹੜੇ ਹਨ ਉਹ ਦਿੱਤੇ ਜਾਂਦੇ ਆ, ਰਾਇਲਟੀ ਉਸ ਦੇ ਅਗੇਂਸਟ ਜਿਹੜੀ ਆ ਮਿਲਦੀ ਆ। ਅਗਰ ਕੋਈ ਆਪਣਾ ਆਥਰ ਕਿਤਾਬ ਲਿਖਦਾ ਹੈਗਾ ਆ ਤਾਂ ਉਸ ਦੇ ਜਿਹੜੇ ਹੈਗੇ ਆ ਪਬਲਿਸ਼ਿੰਗ ਰਾਈਟ ਉਹ ਪਬਲਿਸ਼ਰ ਨੂੰ ਦੇ ਦਿੰਦਾ ਹੈ ਤੇ ਉਸ ਦੇ ਅਗੇਂਸਟ ਜਿਹੜੀ ਹੈਗੀ ਉਸ ਨੂੰ ਰਾਇਲਟੀ ਮਿਲ ਜਾਂਦੀ ਆ। ਤਾਂ ਰਾਇਲਟੀ ਇਜ਼ ਦੀ ਪਾਰਟ ਆਫ ਨੈਸ਼ਨਲ ਇਨਕਮ। ਤੀਜਾ ਹੈ ਇੰਟਰਸਟ। ਇੰਟਰਸਟ ਜਿਹੜਾ ਹੈਗਾ ਆ ਇਟ ਇਜ਼ ਦੀ ਅਮਾਊਂਟ ਰਿਸੀਵਡ ਫॉर ਲੈਂਡਿੰਗ ਫੰਡਸ ਟੂ ਪ੍ਰੋਡਕਸ਼ਨ ਯੂਨਿਟ। ਤਾਂ ਪ੍ਰੋਡਕਸ਼ਨ ਯੂਨਿਟ ਨੂੰ ਜਿਹੜੇ ਫੰਡਸ ਦਿੱਤੇ ਜਾਂਦੇ ਆ ਉਸ ਦੇ ਅਗੇਂਸਟ ਜਿਹੜਾ ਇੰਟਰਸਟ ਮਿਲਦਾ ਇਟ ਇਜ਼ ਆਲਸੋ ਦਾ ਪਾਰਟ ਆਫ ਨੈਸ਼ਨਲ ਇਨਕਮ। ਤਾਂ ਚੌਥਾ ਹੈ ਪ੍ਰੋਫਿਟ। ਪ੍ਰੋਫਿਟ ਹੈਗਾ ਆ, ਪ੍ਰੋਫਿਟ ਇਜ਼ ਦੀ ਰਿਵਾਰਡ ਆਫ ਦਾ ਐਂਟਰਪ੍ਰੀਨਰ ਫॉर ਹਿਜ਼ ਕੰਟਰੀਬਿਊਸ਼ਨ ਟੂ ਦੀ ਪ੍ਰੋਡਕਸ਼ਨ ਆਫ ਗੁੱਡਸ ਐਂਡ ਸਰਵਿਸਿਜ਼। ਗੁੱਡਸ ਤੇ ਸਰਵਿਸਿਜ਼ ਦੇ ਲਈ ਜਿਹੜਾ ਹੈਗਾ ਰਿਵਾਰਡ ਉਸ ਨੂੰ ਅਸੀਂ ਪ੍ਰੋਫਿਟ ਕਹਿੰਦੇ ਆ। ਪ੍ਰੋਫਿਟ ਦੇ ਤਿੰਨ ਪਾਰਟ ਹਨ। ਪ੍ਰੋਫਿਟ ਦੇ ਵਿੱਚੋਂ ਹੀ ਕੋਆਪਰੇਟਿਵ ਟੈਕਸ ਜਾਂ ਬਿਜ਼ਨਸ ਟੈਕਸ ਜਿਹੜਾ ਆ ਉਸ ਨੂੰ ਪੇ ਕੀਤਾ ਜਾਂਦਾ ਹੈਗਾ ਗਵਰਨਮੈਂਟ ਨੂੰ। ਸੈਕੰਡ ਜਿਹੜਾ ਡਿਵੀਡੈਂਡ ਜਿਹੜਾ ਆ ਇਜ਼ ਟੂ ਬੀ ਡਿਸਟਰੀਬਿਊਟਡ ਟੂ ਦਾ ਸ਼ੇਅਰ ਹੋਲਡਰ। ਤਾਂ ਬਾਕੀ ਜੋ ਬਚਦਾ ਹੈਗਾ ਰਿਟੇਨਡ ਅਰਨਿੰਗ ਔਰ ਅਨਡਿਸਟਰੀਬਿਊਟਡ ਪ੍ਰੋਫਿਟ, ਇਹ ਤਿੰਨ ਪਾਰਟ ਹੈਗੇ ਆ ਜਿਹੜੇ ਪ੍ਰੋਫਿਟ ਦੇ ਹਨ। ਅਗਲਾ ਹੈ ਤੀਜਾ ਮਿਕਸਡ ਇਨਕਮ। ਮਿਕਸਡ ਇਨਕਮ ਦੇ ਵਿੱਚ ਅਗਰ ਜਿਸ ਤਰ੍ਹਾਂ ਮੈਂ ਐਮਪਲਾਈ ਆ, ਮੈਂ ਇਕੱਲਾ ਹੀ ਕੰਮ ਕਰਦਾ, ਮੈਨੂੰ ਸੈਲਰੀ ਮਿਲਦੀ ਹੈਗੀ ਗਵਰਨਮੈਂਟ ਵੱਲੋਂ, ਤਾਂ ਇਹ ਮੇਰੀ ਮਿਕਸਡ ਇਨਕਮ ਨਹੀਂ। ਅਗਰ ਮੈਂ ਸੈਲਰੀ ਦੇ ਨਾਲ ਨਾਲ ਘਰ ਦੇ ਵਿੱਚ ਟਿਊਸ਼ਨ ਵਰਕ ਜਾਂ ਹੋਰ ਕੋਈ ਕੰਮ ਪਬਲਿਸ਼ਿੰਗ ਹਾਊਸ ਖੋਲ੍ਹਵਾਂ ਜਾਂ ਦੁਕਾਨ ਪਾਲਵਾਂ, ਤਾਂ ਦੁਕਾਨ ਤੋਂ ਜਿਹੜੀ ਇਨਕਮ ਹੋ ਰਹੀ ਆ ਤੇ ਨਾਲ ਸੈਲਰੀ ਜਿਹੜੀ ਮਿਲ ਰਹੀ ਆ, ਇਹ ਦੋਨਾਂ ਨੂੰ ਮਿਲਾ ਕੇ ਜਿਹੜੀ ਇਨਕਮ ਮੇਰੇ ਕੋਲ ਆਊਗੀ ਉਸ ਨੂੰ ਅਸੀਂ ਮਿਕਸਡ ਇਨਕਮ ਕਹਿੰਦੇ ਹਨ। ਤਾਂ ਇਹ ਤਿੰਨੇ ਅਗਰ ਜਿਹੜੇ ਹੈਗੇ ਆ ਕੰਪਨਸੇਸ਼ਨ ਟੂ ਦੀ ਐਮਪਲਾਈ, ਸੈਕੰਡ ਆਪਰੇਟਿੰਗ ਸਰਪਲਸ, ਥਰਡ ਜਿਹੜਾ ਹੈ ਪਾਰਟ ਆਪਰੇਟਿੰਗ ਸਰਪਲਸ ਤੋਂ ਬਾਅਦ ਮਿਕਸਡ ਇਨਕਮ, ਇਹ ਤਿੰਨਾਂ ਦਾ ਜੋੜ ਜਿਹੜਾ ਹੈ ਡਿਊਰਿੰਗ ਦੀ ਈਅਰ ਗੁੱਡਸ ਤੇ ਸਰਵਿਸਿਜ਼ ਜਿਹੜੇ ਪ੍ਰੋਡਿਊਸ ਕਰਦੇ ਆ ਪ੍ਰੋਡਿਊਸਿੰਗ ਯੂਨਿਟ ਔਰ ਅੰਪਲਾਇਰ ਜਿਹੜੇ ਹੈਗੇ ਆ ਅੰਪਲਾਈ ਤੋਂ ਸਰਵਿਸਿਜ਼ ਲੈਂਦੇ ਹੈਗੇ ਆ, ਉਹਨਾਂ ਨੂੰ ਇਸ ਦੇ ਬਦਲੇ ਸਾਰਾ ਕੁਝ ਦਿੱਤਾ ਜਾਂਦਾ। ਤਾਂ ਇਹ ਜਿਹੜੀਆਂ ਇਨਕਮ ਜਨਰੇਟ ਹੁੰਦੀ ਹੈਗੀ ਆ ਅੰਪਲਾਈ ਦੀ, ਉਸ ਨੂੰ ਟੋਟਲ ਜੇ ਸਮ ਟੋਟਲ ਕੀਤਾ ਜਾਵੇ ਤਾਂ ਇਹ ਸਾਡੀ GDP ਬਣਦੀ ਆ, GDP ਐਟ ਫੈਕਟਰ ਕਾਸਟ। ਤੇ ਜੇ ਅਸੀਂ GNP ਐਟ ਫੈਕਟਰ ਕਾਸਟ ਲੱਭਣਾ ਹੈਗਾ ਤੇ ਫਿਰ ਚੌਥਾ ਜਿਹੜਾ ਫੈਕਟਰ ਹੈਗਾ ਆ ਨੈਟ ਫੈਕਟਰ ਇਨਕਮ ਫਰੋਮ ਅਬਰੋਡ। ਤਾਂ ਜਿਹੜੀ ਨੈਟ ਫੈਕਟਰ ਇਨਕਮ ਜਿਹੜੀ ਹੈਗੀ ਆ ਪੇ ਟੂ ਦੀ ਰੈਸਟ ਆਫ ਵਰਲਡ ਐਂਡ ਜਿਹੜਾ ਹੈ ਫੈਕਟਰ ਇਨਕਮ ਕਮਿੰਗ ਫਰੋਮ ਦਾ ਰੈਸਟ ਆਫ ਵਰਲਡ ਟੂ ਅਵਰ ਕੰਟਰੀ, ਇਸ ਦਾ ਜਿਹੜਾ ਸਮ ਟੋਟਲ ਹੈਗਾ ਆ ਉਹ ਗ੍ਰੋਸ ਨੈਸ਼ਨਲ ਪ੍ਰੋਡਕਟ ਐਟ ਫੈਕਟਰ ਕਾਸਟ। ਹੋ ਸਕਦਾ ਪਿਆਰੇ ਵਿਦਿਆਰਥੀਓ ਤੁਹਾਨੂੰ ਇਹ ਜਿਹੜਾ ਥੋੜ੍ਹਾ ਜਿਹਾ ਅੱਜ ਮੈਂ ਪੰਜਾਬੀ 'ਚ ਸਮਝਾਇਆ ਸਮਝ ਆ ਜਾਊਗਾ। ਇਸ ਤੋਂ ਬਾਅਦ ਅਸੀਂ ਨਿਊਮੈਰੀਕਲ ਕਰਾਂਗੇ ਤੇ ਆਪਣਾ ਜਿਹੜਾ ਕੰਮ ਆ ਡੇਲੀ ਰੂਟੀਨ ਦੇ ਵਿੱਚ ਕਰੀ ਜਾਓ। ਜੇ ਕੋਈ ਪ੍ਰੋਬਲਮ ਆਉਂਦੀ ਆ ਤਾਂ ਉਸ ਨੂੰ ਮੇਰੇ ਨਾਲ ਜ਼ਰੂਰ ਡਿਸਕਸ ਕਰੋ। ਥੈਂਕ ਯੂ ਐਂਡ ਹੈਵ ਅ ਨਾਈਸ ਡੇ।